वाहिगुरु जी का खालसा वाहिगुरु जी की फतेह। आइए सरवण करिए कथा विचार ज्ञानी जसविंदर सिंह जी पौटा साहब वालिया तो। वाहिगुरु जी का खालसा वाहिगुरु जी की फतेह। साहिब जियो सतनाम श्री वाहिगुरु। वाहिगुरु सोरठ महला पंजवा कर दूजा मात गर्भ में आपन सिमरन दे तह तुम रखण हारे। पावक सागर अथाह लहर में तारो तारण हारे। मात गर्भ में आपन सिमरन दे तह तुम रखण हारे। पावक सागर अथाह लहर में तारो तारण हारे। माधो तू ठाकर सिर मोरा इहाँ उहाँ तुहारो तोरा रहाओ। कीते को मेरा सम्मान कर्णहार तृण जानै। तू दाता मांगन को सगली दान दे प्रभ पानै। किन मैं अवर किन मैं अवरा अचरज चलत तुम्हारे। रूड़ो गूड़ो गहर गंभीरो ऊंचो अगम अपार। साध संग जो तुम्हें मिलायो तो सुनी तुम्हारी वाणी। अनंत व्यापे कत ही नानक प्रताप पुरख निर्वाणी। साध संग जो तुम्हें मिलायो तो सुनी तुम्हारी वाणी। अनंत व्यापे कत ही नानक प्रताप पुरख निर्वाण। वाहिगुरु जी का खालसा वाहिगुरु जी की फतेह। परम सत्कारयोग गुरु रूप साध संगत आप वडभागी हो जो कि अमृत वेले तो गुरु दरबार ਦੀਆਂ ਹਾਜ਼ਰੀਆਂ ਭਰ ਕੇ ਹਾਜ਼ਰ ਸਰਵਣ ਕਰਕੇ अपना मनुखा जीवन जो बहुत कीमती है एक एक श्वास गुरु के हाजस विच शरण करके आप व्यतीत कर रहे हो, बड़भागी हो। ये जो समा है आप गुरु की संगत करके जो व्यतीत करते हाँ, ये समा साडा कीमती हो जाता है। आसर दी मार का कीर्तन गुरमुख जन रागी सिंघा वालों आप जी ने श्रवण किया है। अज का जो मुख वाक है
ਸਤਿਗੁਰੂ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ। 613 ਅੰਕ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੇ ਅੰਦਰ ਸਤਿਗੁਰੂ ਜੀ ਸਾਨੂੰ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਜਿਸ ਸਮੇਂ ਮਾਤਾ ਦੇ ਗਰਭ ਦੇ ਅੰਦਰ ਪ੍ਰਵੇਸ਼ ਹੁੰਦਾ ਹੈ, ਉਸ ਸਮੇਂ ਦੇ ਜੋ ਹਾਲਾਤ ਹੈ, ਜੋ ਸੰਸਾਰ ਦੇ ਆਉਣ ਤੋਂ ਬਾਅਦ ਹਾਲਾਤ ਹਨ, ਸਤਿਗੁਰੂ ਜੀ ਨੇ ਉਹਨਾਂ ਨੂੰ ਬਿਆਨ ਕੀਤਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨਿਮਰਤਾ ਦੇ ਸਾਗਰ, ਸ਼ਾਂਤੀ ਦੇ ਪੁੰਜ ਇਹ ਸਮਝਾਉਣਾ ਕੀਤਾ ਹੈ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ। ਮਾਤਾ ਜੀ ਜੋ ਜਠਰ ਅਗਨ ਹੈ, ਇਸ ਸੰਸਾਰ ਦੇ ਕਈ ਅਗਨਾਂ ਤੋਂ ਬਹੁਤ ਹੀ ਜ਼ਿਆਦਾ ਤਪਸ਼ਮਾਨ ਹੈ। ਜੋ ਸੰਸਾਰ ਦੀ ਅਗ ਹੈ, ਇਸ ਤੋਂ ਕਈ ਗੁਣਾ ਜ਼ਿਆਦਾ ਮਾਤਾ ਜੀ ਜੋ ਜਠਰ ਅਗਨ ਹੈ, ਇਹ ਤਪਸ਼ਮਾਨ ਹੈ। ਉੱਥੇ ਸਤਿਗੁਰੂ ਜੀ ਨੇ ਆਪਣਾ ਸਿਮਰਨ ਦੇ ਕੇ ਮਾਤਾ ਦੇ ਗਰਭ ਦੇ ਅੰਦਰ ਸਾਨੂੰ ਰੱਖਿਆ ਕੀਤੀ ਹੈ। ਪਰਮਾਤਮਾ ਨੇ ਕਿਸ ਤਰ੍ਹਾਂ ਬਚਾਇਆ ਹੈ। ਇਹ ਸੰਸਾਰ ਸਮੁੰਦਰ ਤੋਂ ਪਾਰ ਲਗਾਉਣ ਦੀ ਸਮਰੱਥਾ ਰੱਖਣ ਵਾਲੇ ਸਤਿਗੁਰ ਦਾਤਾ ਆਪ ਜੀ ਇਤਨੇ ਸਮਰੱਥ ਹੋ ਕਿ ਮਾਤਾ ਦੇ ਪੇਟ ਦੇ ਵਿੱਚ ਸਾਨੂੰ ਆਪਣੇ ਨਾਮ ਦੀ ਠੰਡਕ ਦੇ ਕੇ, ਜੋ ਨਾਮ ਹੈ ਇਹ ਸਾਨੂੰ ਤਪਦਿਆਂ ਹਿਰਦਿਆਂ ਨੂੰ ਠੰਡਕ ਪਾਉਣ ਵਾਲਾ ਹੈ। ਜਿਸ ਤਰ੍ਹਾਂ ਪ੍ਰਾਣੀ ਨਾਮ ਜਪਦਾ ਤੇ ਉਹਦੇ ਅੰਦਰ ਠੰਡਕ ਪੈਦਾ ਹੁੰਦੀ ਹੈ ਤੇ ਮਨ ਟਿਕਾ ਵਿੱਚ ਆਉਂਦਾ ਹੈ। ਸਤਿਗੁਰੂ ਜੀ ਤੁਸੀਂ ਆਪ ਜੀ ਨੇ ਕਿਰਪਾ ਕੀਤੀ ਹੈ, ਮਾਤਾ ਦੇ ਪੇਟ ਦੇ ਅੰਦਰ ਆਪਣਾ ਸਿਮਰਨ ਦੇ ਕੇ ਉੱਥੇ ਵੀ ਸਾਡੀ ਤੁਸੀਂ ਆਪ ਰੱਖਿਆ ਕੀਤੀ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ। ਤੇਰੇ ਤੋਂ ਬਿਨਾਂ ਉੱਥੇ ਕੋਈ ਰੱਖਣ ਵਾਲਾ ਨਹੀਂ ਸੀ। ਤੂੰ ਦਿਨ ਰਾਤ ਆਪਣਾ ਸਿਮਰਨ ਕਰਾ ਕੇ ਮਾਤਾ ਦੇ ਗਰਭ ਦੇ ਅੰਦਰ ਸਾਡੀ ਰੱਖਿਆ ਕੀਤੀ। ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਨੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ, ਸਤਿਗੁਰੂ ਕਹਿੰਦੇ ਨੇ ਇਹ ਜੋ ਵਿਕਾਰਾਂ ਦੀ ਅੱਗ ਹੈ, ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਹਨ। ਇਸ ਨੂੰ ਪ੍ਰਾਣੀ ਸੰਸਾਰ ਤੇ ਸਮਝ ਨਹੀਂ ਸਕਦਾ। ਹੁਣ ਆਪਾਂ ਕਿਸੇ ਨੂੰ ਕਹੀਏ ਵੀ ਤੂੰ ਸੰਸਾਰ ਦੇ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਤੇ ਕੋਈ ਮੰਨਣ ਨੂੰ ਤਿਆਰ ਨਹੀਂ ਹੈ। ਪ੍ਰਾਣੀ ਕਹਿੰਦਾ ਮੈਂ ਸੰਸਾਰ ਤੇ ਵਿਚਰ ਰਿਹਾ ਹਾਂ, ਬਹੁਤ ਅੱਛੇ ਕਰਮ ਕਰ ਰਿਹਾ ਹਾਂ, ਇਹਨਾਂ ਕਰਮਾਂ ਦੇ ਵਿੱਚ ਹੀ ਮੈਂ ਆਪਣਾ ਜੀਵਨ ਬਤੀਤ ਕਰ ਰਿਹਾ। ਪਰ ਸਤਿਗੁਰੂ ਕਹਿੰਦੇ ਨਹੀਂ, ਤੂੰ ਵਿਕਾਰਾਂ ਦੀਆਂ ਡੂੰਘੀਆਂ ਲਹਿਰਾਂ ਦੇ ਵਿੱਚ ਦਿਨ ਰਾਤ ਸਤਿਗੁਰੂ ਡਿੱਗੇ ਪਏ ਨੂੰ ਵੀ ਇਤਨੀ ਕਿਰਪਾ ਕਰਦੇ ਹਨ, ਸਾਨੂੰ ਪਾਰ ਲਗਾ ਦਿੰਦੇ ਹਨ। ਤਾਰੋ ਤਾਰਨ ਹਾਰੇ, ਤੇਰੇ ਤੋਂ ਬਿਨਾ ਕੋਈ ਤਾਰਨ ਵਾਲਾ ਨਹੀਂ ਹੈ। ਤੂੰ ਕਿਰਪਾ ਕਰਕੇ ਸਤਿਗੁਰੂ ਜੀ ਸਾਨੂੰ ਤਾਰਦਾ ਹੈ, ਮਿਹਰ ਕਰਕੇ ਸਾਨੂੰ ਤਾਰਦਾ ਹੈ। ਆ ਜੋ ਗੁਰੂ ਕੀ ਸੰਗਤ ਹੈ, ਨਾਮ ਰੂਪੀ ਜਹਾਜ਼ ਹੈ, ਬਖਸ਼ਿਸ਼ ਕਰਕੇ ਸਾਨੂੰ ਤਾਰਦਾ ਹੈ। ਤੇਰੇ ਤੋਂ ਬਿਨਾ ਹੋਰ ਕੋਈ ਤਾਰਨ ਵਾਲਾ ਨਹੀਂ ਹੈ। ਮਾਧੋ ਤੂੰ ਠਾਕਰ ਸਿਰ ਮੋਰਾ। ਹੁਣ ਇੱਥੇ ਸਤਿਗੁਰੂ ਸਮਝਾਉਣਾ ਕੀਤੇ ਹਨ, ਮਾਧੋ ਮਾਇਆ ਦੇ ਪਤੀ ਹੈ ਪ੍ਰਭੂ, ਮੇਰੇ ਸਿਰ ਤੇ ਤੂੰ ਸਭ ਤੋਂ ਉੱਤੇ ਰਾਖਾ ਹੈ। ਤੇਰੇ ਤੋਂ ਬਿਨਾ ਕੋਈ ਰਾਖਾ ਨਹੀਂ ਹੈ। ਕਈ ਵਾਰੀ ਆਪਾਂ ਸੰਸਾਰ ਤੇ ਜਦੋਂ ਵਿਚਰਦੇ ਹਾਂ, ਪਰਿਵਾਰ ਵਿੱਚ ਵਿਚਰਦੇ ਹਾਂ ਤੇ ਬੰਦਾ ਕਹਿੰਦਾ ਹੈ ਮੈਂ ਕਮਾਉਣਾ ਤੇ ਮੈਂ ਹੀ ਪਰਿਵਾਰ ਦੀ ਰੱਖਿਆ ਕਰ ਰਿਹਾ। ਪਰ ਸਤਿਗੁਰੂ ਕਹਿੰਦੇ ਨਹੀਂ, ਇਹੀ ਭਰਮਾਂ ਦੇ ਅੰਦਰ ਅਸੀਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਕਿ ਰੱਖਿਆ ਕਰਨ ਵਾਲਾ ਪਰਿਵਾਰ ਦੀ ਮੈਂ ਹਾਂ। ਜਿੱਥੇ ਮੈਂ ਹੈ ਉੱਥੇ ਪਰਮਾਤਮਾ ਦਾ ਵਾਸਾ ਨਹੀਂ ਹੈ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕਰ ਸਿਰ ਮੋਰਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, हे ਪਤੀ ਪਰਮੇਸ਼ਰ, ਮੇਰੇ ਸਿਰ ਉੱਤੇ ਤੂੰ ਹੀ ਰਾਖਾ ਹੈ। ਇਹਾਂ ਉਹਾਂ ਤੁਹਾਰੋ ਤੋਰਾ, ਤੋਰਾ ਤੋਂ ਭਾਵੇਂ ਆਸਰਾ।
ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਤਿਗੁਰ ਤੇਰਾ ਹੀ ਆਸਰਾ ਹੈ। ਤੇਰੇ ਆਸਰੇ ਤੋਂ ਬਿਨਾਂ ਇਹ ਜੀਵਨ ਚੱਲਣਾ ਬਹੁਤ ਹੀ ਔਖਾ ਹੈ। ਰਹਾਉ ਦੇ ਬੰਦ ਤੋਂ ਬਾਅਦ ਸਤਿਗੁਰ ਜੀ ਅੱਗੇ ਸਮਝਾਉਣਾ ਕੀਤਾ ਹੈ, ਜੇ ਰਹਾਉ ਹੈ ਠਹਿਰਾਓ ਹੈ। ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਇਸ ਨੂੰ ਜਿਸ ਨੇ ਸਮਝ ਲਿਆ ਉਹਨੇ ਸਾਰੇ ਹੀ ਸ਼ਬਦ ਦਾ ਕੇਂਦਰੀ ਭਾਵ ਸਮਝ ਲਿਆ। ਹੁਣ ਸਤਿਗੁਰ ਅੱਗੇ ਸਮਝਾਉਂਦੇ ਨੇ, ਜਦੋਂ ਸੰਸਾਰ ਤੇ ਆ ਗਿਆ, ਸੰਸਾਰ ਤੇ ਆਉਣ ਤੋਂ ਬਾਅਦ ਬੰਦੇ ਜਦੋਂ ਸੋਚ ਹੈ, ਬੰਦੇ ਜਦੋਂ ਇੱਕ ਭਾਵਨਾ ਹੈ, ਇਹ ਸਾਰੇ ਬਦਲ ਜਾਂਦੀ ਹੈ। ਕੀਤੇ ਕੋ ਮੇਰਾ ਸਮਾਨੈ ਕਰਨਹਾਰ ਤ੍ਰਿਣ ਜਾਣੈ। ਜਦੋਂ ਬੰਦਾ ਸੰਸਾਰ ਤੇ ਪੈਦਾ ਹੋ ਗਿਆ, ਇਸ ਸੰਸਾਰ ਦੀ ਐਸੀ ਹਵਾ, ਮਾਇਆ ਦਾ ਜੋ ਮੋਹ ਹੈ, ਮਾਇਆ ਦੀ ਜੋ ਛਲ ਹੈ, ਐਸਾ ਬੰਦੇ ਨੂੰ ਘੇਰ ਲੈਂਦਾ ਹੈ। ਉਹ ਕਹਿੰਦਾ ਕੀਤੇ ਕੋ ਮੇਰਾ ਸਮਾਨੈ ਕਰਨਹਾਰ ਤ੍ਰਿਣ ਜਾਣੈ। ਇਸ ਸੰਸਾਰ ਤੇ ਜੋ ਵੀ ਕੁਝ ਕਰ ਰਿਹਾ ਹਾਂ, ਇਹ ਮੈਂ ਆਪਣੀ ਤਾਕਤ ਦੇ ਨਾਲ ਕਰ ਰਿਹਾ ਹਾਂ। ਇਹ ਮੇਰੀ ਸੋਚ ਸਮਝ ਹੈ। ਇਹ ਤੇ ਸੰਸਾਰ ਤੇ ਜੋ ਮੈਂ ਕਰ ਰਿਹਾ ਹਾਂ, ਪਰਿਵਾਰ ਦੇ ਵਾਸਤੇ ਕੋਈ ਕਰ ਨਹੀਂ ਸਕਦਾ। ਜੋ ਕਰ ਰਿਹਾ ਹੈ ਉਸ ਨੂੰ ਤਿੰਨ ਮਾਤਰ ਸਮਝਦਾ ਹੈ ਵੀ ਕਰਨ ਵਾਲਾ ਹੋਰ ਕੋਈ ਨਹੀਂ, ਇਹ ਮੈਂ ਹੀ ਹਾਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਤਰ੍ਹਾਂ ਸੰਸਾਰ ਤੇ ਸੇਵਾ ਕਰ ਰਹੇ ਨੇ। ਸੇਵਾ ਕਰਦਿਆਂ ਕਰਦਿਆਂ ਉਹਨਾਂ ਦਾ ਜੀਵਨ ਐਸਾ ਨਿਮਰਤਾ ਦੇ ਵਿੱਚ ਆ ਗਿਆ। ਉੱਥੇ ਹੀ ਸੇਵਾ ਕਰਨ ਵਾਲੇ ਇਹਨਾਂ ਦੇ ਭਰਾਤਾ ਜਿਹੜੇ ਦਿਨ ਰਾਤ ਸੇਵਾ ਤੇ ਕਰ ਰਹੇ ਨੇ, ਪਰ ਉਹਨਾਂ ਦੇ ਅੰਦਰ ਕੋਈ ਸੇਵਾ ਭਾਵਨਾ ਦੀ ਲਗਨ ਨਹੀਂ ਹੈ। ਉਹ ਵੀ ਕਹਿੰਦਾ ਜੋ ਮੈਂ ਕਰ ਰਿਹਾ ਮੇਰੀ ਸਿਆਣਪ ਹੈ, ਹੋਰ ਕੋਈ ਕਰਨ ਵਾਲਾ ਨਹੀਂ ਹੈ। ਸੇਵਾ ਕਰਦਿਆਂ ਕਰਦਿਆਂ ਉਹਨਾਂ ਨੇ ਆਪਣਾ ਜੀਵਨ ਗੁਰੂ ਦੇ ਲਿਖੇ ਲਗਾਉਣ ਤੋਂ ਬਜਾਏ ਆਪਣੇ ਹੰਕਾਰ ਦੇ ਵਿੱਚ, ਚਤਰਾਈਆਂ ਦੇ ਵਿੱਚ ਬਤੀਤ ਕੀਤਾ। ਪਰ ਸਤਿਗੁਰੂ ਜੀ ਨੇ ਉਹਨਾਂ ਨੂੰ ਇੱਕ ਵੀ ਕੌੜਾ ਸ਼ਬਦ ਨਹੀਂ ਬੋਲਿਆ, ਕਿਉਂਕਿ ਉਹ ਜਾਣਦੇ ਸਨ ਇਹਨਾਂ ਦੇ ਅੰਦਰ ਚਤਰਾਈ ਸਿਆਣਪ ਹੈ, ਪਰ ਕਰਨ ਵਾਲਾ ਉਹ ਦਾਤਾ ਹੈ। ਤੂੰ ਦਾਤਾ ਮੰਗਨ ਕੋ ਸਗਲੇ ਦਾਨ ਦੇ ਪ੍ਰਭ ਭਾਨੈ। ਸਾਰਾ ਹੀ ਸੰਸਾਰ ਸਤਿਗੁਰੂ ਜੀ ਤੇਰੇ ਪਾਸੋਂ ਮੰਗ ਰਿਹਾ ਹੈ। ਇਹ ਪ੍ਰਭੂ ਤੇਰੇ ਪੈਦਾ ਕੀਤੇ ਪਦਾਰਥਾਂ ਨੂੰ ਅਸੀਂ ਐਵੇਂ ਹੀ ਸਮਝ ਲੈਂਦੇ ਹਾਂ ਤੂੰ ਇੱਕ ਬਹੁਤ ਵੱਡੀਆਂ ਤਾਕਤਾਂ ਦਾ ਮਾਲਕ ਹੈ, ਪਰ ਮੈਨੂੰ ਜੋ ਤੂੰ ਸਭ ਤੋਂ ਪੈਦਾ ਕਰਨ ਵਾਲਾ ਹੈ ਤੇ ਮੈਨੂੰ ਇੰਜ ਜਾਪਦਾ ਮੈਂ ਹੀ ਸਭ ਕੁਝ ਕਰ ਰਿਹਾ, ਪਰ ਕਰਨ ਵਾਲਾ ਤੂੰ ਹੈ। ਅਸੀਂ ਤੈਨੂੰ ਤਿਲ ਮਾਤਰ ਨਹੀਂ ਜਾਣਦੇ। ਸਾਰਾ ਹੀ ਸੰਸਾਰ ਤੇਰੇ ਤੋਂ ਮੰਗ ਰਿਹਾ ਹੈ। ਇਹ ਪ੍ਰਭੂ ਤੂੰ ਦਾਤਾ ਮੰਗਨ ਕੋ ਸਗਲੇ ਦਾਨ ਦੇ ਪ੍ਰਭ ਭਾਨੈ। ਇਹ ਪ੍ਰਭੂ ਦਾਤਾ ਤੂੰ ਸਭ ਦਾਤਾ ਦੇਣ ਵਾਲਾ ਹੈ। ਦਾਤਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਤੋੜਨਾ ਆਵਨੀ ਅਗਨਤ ਭਰੇ ਭੰਡਾਰ। ਉਹ ਇਤਨੇ ਸਾਨੂੰ ਕੁਝ ਦੇ ਰਿਹਾ ਹੈ ਕਿ ਸਾਰੀ ਉਮਰ ਅਸੀਂ ਲੈਂਦੇ ਨਹੀਂ, ਸਤਿਗੁਰ ਦਿੰਦਾ ਥੱਕਦਾ ਨਹੀਂ। ਅਸੀਂ ਥੱਕ ਜਾਵਾਂਗੇ ਪਰ ਉਹ ਦੇਣ ਵਾਲਾ ਨਹੀਂ ਥੱਕਦਾ। ਇਹ ਪ੍ਰਭੂ ਸਾਰੀ ਹੀ ਲੁਕਾਈ ਤੇਰੇ ਦਰ ਤੋਂ ਮੰਗਣ ਵਾਲੀ ਹੈ। ਤੂੰ ਆਪਣੀ ਰਜ਼ਾ ਦੇ ਵਿੱਚ ਸਭ ਨੂੰ ਦਾਤਾਂ ਦੇ ਰਿਹਾ ਹੈ। ਤੇਰੇ ਦਰ ਤੋਂ ਮੰਗ ਮੰਗ ਕੇ ਅਸੀਂ ਦਿਨ ਰਾਤ ਆਪਣੇ ਖਜ਼ਾਨੇ ਤੇ ਭਰ ਰਹੇ ਹਾਂ। ਸਤਿਗੁਰ ਦਾਤਾ ਤੈਨੂੰ ਅਸੀਂ ਅੰਦਰ ਤਿੰਨ ਮਾਤਰ ਨੇ ਵਸਾਇਆ। ਇਸ ਦਰ ਤੋਂ ਆ ਕੇ ਅਸੀਂ ਧੀਆਂ ਪੁੱਤਰ ਵੀ ਮੰਗਦੇ ਹਾਂ, ਐਸ਼ੋ ਆਰਾਮ ਵੀ ਮੰਗਦੇ ਹਾਂ। ਕਦੀ ਵੀ ਦਰ ਤੇ ਇਸ ਆ ਕਿਸੇ ਨਾਮ ਦੀ ਦਾਤ ਨਹੀਂ ਮੰਗੀ। ਜਿਨ੍ਹਾਂ ਨੇ ਇਸ ਦਰ ਤੇ ਆ ਕੇ ਨਾਮ ਦੀ ਦਾਤ ਮੰਗੀ ਹੈ, ਸਤਿਗੁਰ ਕਹਿੰਦੇ ਨੇ ਉਹਨੂੰ ਫਿਰ ਹੋਰ ਕੁਝ ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਇਹ ਜੋ ਮਾਇਆ ਦੇ ਪਦਾਰਥ ਅਸੀਂ ਮੰਗਦੇ ਹਾਂ, ਸਤਿਗੁਰ ਕਹਿੰਦੇ ਨੇ ਇਹਦੇ ਨਾਲ ਨਾਲ ਤੂੰ ਨਾਮ ਦੀ ਦਾਤ ਵੀ ਮੰਗ, ਕਿਉਂ ਜਿੱਥੇ ਨਾਮ ਹੈ ਉੱਥੇ ਸਾਰੇ ਹੀ ਸੁੱਖ ਹਨ। ਆਪਾਂ ਸਿਮਰਨ ਕਰਦੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਜਿੱਥੇ ਸਿਮਰਨ ਹੈ ਸਤਿਗੁਰ ਕਹਿੰਦੇ ਨੇ ਉੱਥੇ ਸਭ ਕੁਝ ਆਪ ਹੀ ਆ ਜਾਂਦਾ। ਉਹਨੂੰ ਫਿਰ ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਤੂੰ ਸਭ ਨੂੰ ਦਾਤਾ ਦੇ ਰਿਹਾ। ਤੂੰ ਦਾਤਾ ਮੰਗਨ ਕੋ ਸਗਲੇ ਦਾਨ ਦੇ ਪ੍ਰਭ ਭਾਨੈ। ਤੂੰ ਸਭ ਨੂੰ ਦਾਤਾ ਦੇ ਰਿਹਾ ਹੈ ਤੇ ਤੇਰੇ ਤੋਂ ਬਿਨਾ ਹੋਰ ਕੋਈ ਦਾਤ ਦੇਣ ਵਾਲਾ ਨਹੀਂ। ਕਿਨ ਮੈਂ ਅਵਰ ਕਿਨੈ ਮੈਂ ਅਵਰਾ। ਇੱਕ ਚਿੰਨ ਮਾਤਰ ਦੇ ਅੰਦਰ ਸਤਿਗੁਰ ਦਾਤਾ ਤੇਰੇ ਜੋ ਕੌਤਕ ਹਨ ਹੈਰਾਨ ਕਰ ਦੇਣ ਵਾਲੇ ਹਨ। ਇੱਕ ਚਿੰਨ ਮਾਤਰ ਤੋਂ ਕੁਝ ਦਾ ਕੁਝ ਬਣਾ ਦੇਣਾ ਹੈ।
ਜਿਸ ਤਰ੍ਹਾਂ ਸਤਿਗੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਲਾਹੌਰ ਗਏ ਨੇ, ਉੱਥੇ ਗਏ ਤੇ ਉਹਨਾਂ ਨੇ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ, ਕਿਉਂਕਿ ਅੰਦਰ ਨਿਮਰਤਾ ਬਹੁਤ ਸੀ। ਇਤਨੀ ਨਿਮਰਤਾ ਦੇ ਸਾਗਰ ਸਨ ਕਿ ਆਪ ਪ੍ਰਭੂ ਦਰਸ਼ਨਾਂ ਦੀ ਤਾਂਘ ਰੱਖਦੇ ਸਨ। ਸਤਿਗੁਰ ਦਾਤੇ ਨੇ ਐਸਾ ਕੌਤਕ ਰਚਾਇਆ ਹੈ ਕਿ ਜੋ ਪ੍ਰਿਥੀ ਚੰਦ ਚਾਹੁੰਦਾ ਸੀ ਕਿ ਦਿਨ ਰਾਤ ਮੈਂ ਸੇਵਾ ਕਰ ਰਿਹਾ ਹਾਂ, ਜੋ ਅੱਗੇ ਗੁਰਗੱਦੀ ਹੈ, ਇਹ ਸਤਿਗੁਰ ਦਾਤੇ ਨੇ ਮੈਨੂੰ ਬਖਸ਼ਿਸ਼ ਕਰਨੀ ਹੈ, ਕਿਉਂਕਿ ਹਰ ਇੱਕ ਦੇ ਅੰਦਰ ਲਾਲਸਾ ਹੈ। ਹਰ ਇੱਕ ਬੰਦਾ ਇੱਥੇ ਆ ਕੇ ਮੰਗਦਾ, ਪਰ ਕਈ ਇੱਥੇ ਆ ਕੇ ਤਾਕਤ ਮੰਗਦੇ ਨੇ, ਨਾਮ ਦੀ ਦਾਤ ਨਹੀਂ ਮੰਗਦੇ। ਪਰ ਜਿਨ੍ਹਾਂ ਨੇ ਨਾਮ ਦੇ ਦਾਤ ਮੰਗੀ ਹੈ, ਸਤਿਗੁਰ ਕਹਿੰਦੇ ਨੇ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ। ਇਹ ਦਿਨ ਰਾਤ ਸੇਵਾ ਕਰ ਰਹੇ ਹਨ। ਸੇਵਾ ਕਰਦਿਆਂ ਕਰਦਿਆਂ ਮਨ ਅੰਦਰ ਲਾਲਸਾ ਜਾਗ ਪਈ ਕਿ ਜੋ ਕੁਛ ਵੀ ਹੈ ਹੁਣ ਮੈਂ ਆਪ ਹੀ ਇਸ ਦਰ ਤੇ ਮੈਂ ਮਾਲਕ ਬਣ ਕੇ ਬੈਠਣਾ ਹੈ ਤੇ ਮੈਂ ਹੀ ਗੁਰਗੱਦੀ ਦਾ ਵਾਰਸ ਹਾਂ। ਉਧਰੋਂ ਤਾਂਘ ਪੈਦਾ ਹੋ ਗਈ ਦਰਸ਼ਨਾਂ ਦੀ। ਦਿਨ ਰਾਤ ਦਰਸ਼ਨਾਂ ਦੀ ਤਾਂਘ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤਰਸਦੇ ਨੇ। ਪਰ ਤਰਸਦਿਆਂ ਤਰਸਦਿਆਂ ਐਸਾ ਵਿਚਾਰ ਜਾਗ ਪਿਆ ਕਿ ਪੱਤਰਕਾ ਲਿਖ ਛੱਡੀ, ਮੇਰਾ ਮਨ ਲੋਚਾ ਗੁਰ ਦਰਸ਼ਨ ਤਾਈ ਦਿਲ ਪਕੜੈ ਚਾਤਰਿਕ ਦੀਨੈ। ਗੁਰੂ ਕੇ ਦਰਸ਼ਨਾਂ ਦੀ ਤਾਂਘ ਸੀ, ਕਿਉਂਕਿ ਦਾਤਾ ਹੈ ਜੋ ਇੱਕ ਛਿਨ ਮਾਤਰ ਦੇ ਅੰਦਰ ਕੀ ਕੁਝ ਪੈਦਾ ਕਰ ਸਕਦਾ ਹੈ, ਕੀ ਕੁਝ ਮਿਟਾ ਸਕਦਾ ਹੈ। ਕਿਸੇ ਨੂੰ ਤਾਕਤ ਦੇਣੀ ਹੈ ਤੇ ਇੱਕ ਛਿਨ ਮਾਤਰ ਅੰਦਰ ਦੇ ਸਕਦਾ ਹੈ। ਸਤਿਗੁਰ ਦਾਤੇ ਨੇ ਇੱਕ ਪੱਤਰਕਾ ਲਿਖੀ ਹੈ ਤੇ ਪੱਤਰਕਾ ਸੇਵਕ ਦੇ ਪਾਸ ਭੇਜੀ ਹੈ ਕਿ ਦਰਸ਼ਨਾਂ ਦੀ ਤਾਂਘ ਬਹੁਤ ਜ਼ਿਆਦਾ ਹੈ। ਪਰ ਸਤਿਗੁਰ ਨੇ ਦਰਸ਼ਨਾਂ ਦੇ ਤਾਂਘ ਦੇ ਵਾਸਤੇ ਆਪਣਾ ਸਾਰਾ ਹੀ ਜੀਵਨ ਗੁਰੂ ਦੇ ਲੇਖੇ ਲਾਇਆ ਹੈ। ਪਰ ਪ੍ਰਿਥੀ ਚੰਦ ਸੇਵਾ ਕਰਦਾ ਸੀ, ਪਰ ਅੰਦਰ ਤਾਂਘ ਨਹੀਂ ਸੀ। ਇਹ ਦਿਨ ਰਾਤ ਮੰਗਦਾ ਸੀ, ਲਾਲਸਾ ਸੀ ਅੰਦਰ, ਗੁਰਗੱਦੀ ਤੇ ਬੈਠ ਜਾਵਾਂ, ਸਾਰਾ ਮੈਂ ਰਾਜ ਕਰਾਂ, ਇਹਦੇ ਮਨ ਵਿੱਚ ਇਹ ਲਾਲਸਾ ਸੀ। ਪਰ ਜਿਨ੍ਹਾਂ ਨੇ ਮਨ ਕਰਕੇ ਸੇਵਾ ਕੀਤੀ, 3 ਪੱਤਰਕਾ ਲਿਖੀਆਂ, 4ਥੀ ਪੱਤਰਕਾ ਜਦੋਂ ਸੰਗਤ ਵਿੱਚ ਬਿਆਨ ਕੀਤੀ ਹੈ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਬਨਾਸੀ ਘਰ ਮੈਂ ਪਾਇਆ, ਸੇਵ ਕਰੀ ਫਲ ਜਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਉ। 4ਥੀ ਪੱਤਰਕਾ ਜਦੋਂ ਪ੍ਰਿਥੀ ਚੰਦ ਨੂੰ ਕਿਹਾ ਵੀ ਤੂੰ ਸੰਗਤ ਵਿੱਚ ਆਪਣੀ ਸੁਣਾ, ਬਹੁਤ ਯਤਨ ਕੀਤੇ ਗਏ ਕਿ ਮੈਂ ਆਪਣੇ ਮਨ ਦੇ ਨਾਲ ਪੱਤਰਕਾ ਦੇ ਵਿੱਚ ਕਈ ਕੁਝ ਬਿਆਨ ਕੀਤਾ, ਪਰ ਸਤਿਗੁਰ ਕਹਿੰਦੇ ਨੇ ਸਾਧ ਸੰਗਤ ਨੇ ਪੱਤਰਕਾ ਪ੍ਰਵਾਨ ਨਹੀਂ ਕੀਤੀ, ਕਿਉਂਕਿ ਤੂੰ ਦਾਤਾ ਮੰਗਲ ਕੋ ਸਗਲੇ ਦਾਨ ਦੇ ਪ੍ਰਭ ਭਾਨੈ, ਕਿਨ ਮੈਂ ਆਵਰ ਕਿਨੈ ਮੈਂ ਆਵਰਾ, ਅਚਰਜ ਚਰਤ ਤੁਮਾਰੇ। ਤੇਰੇ ਜੋ ਕੌਤਕ ਹਨ ਸਤਿਗੁਰ ਦਾਤਾ, ਇਹ ਬਹੁਤ ਬੇਅੰਤ ਹਨ। ਬਹੁਤ ਯਤਨ ਕਰਨ ਤੋਂ ਬਾਅਦ ਪ੍ਰਿਥੀ ਚੰਦ ਨੇ ਬਹੁਤ ਯਤਨ ਕੀਤੇ ਕਿ ਪੱਤਰਕਾ ਮੈਂ ਸੁਣਾਵਾਂ, ਪਰ ਸਾਧ ਸੰਗਤ ਵਿੱਚ ਪ੍ਰਵਾਨ ਉਹੀ ਹੈ ਜੋ ਗੁਰੂ ਜੀ ਨੇ ਪ੍ਰਵਾਨ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਬਹੁਤ ਯਤਨ ਕਰਨ ਤੋਂ ਬਾਅਦ ਪੱਤਰਕਾ ਪ੍ਰਵਾਨ ਨਹੀਂ ਹੋਈ ਤੇ ਫਿਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਪੱਤਰਕਾ ਸੁਣਾਈ ਤੇ ਸਾਧ ਸੰਗਤ ਵਿੱਚ ਵੈਰਾਗ ਜਾਗ ਪਿਆ। ਐਸਾ ਵੈਰਾਗ ਜਾਗਿਆ ਸਾਧ ਸੰਗਤ ਦੇ ਅੰਦਰ। ਉਸੇ ਸਮੇਂ ਸਤਿਗੁਰ ਨੇ ਕਿਹਾ, ਐ ਪ੍ਰਿਥੀ ਚੰਦ, ਤੇਰੇ ਅੰਦਰ ਜੋ ਲਾਲਸਾ ਹੈ ਗੁਰਗੱਦੀ ਦੀ, ਇਹ ਆਪਾਂ ਤੇ ਆਪਣੇ ਮਨ ਦੇ ਨਾਲ ਕੁਝ ਵੀ ਨਹੀਂ ਕਰ ਸਕਦੇ। ਇਹ ਸਾਧ ਸੰਗਤ ਦੀ ਬਖਸ਼ਿਸ਼ ਹੈ, ਜਿਨ੍ਹਾਂ ਤੇ ਇਹ ਹੋ ਜਾਂਦੀ ਹੈ ਉਹੀ ਭਾਈ ਇਹ ਤਖਤ ਤੇ ਬੈਠ ਸਕਦਾ। ਇਸ ਲਈ ਤੇਰੇ ਅੰਦਰ ਜੋ ਲਾਲਸਾ ਸੀ, ਤੇਰੇ ਅੰਦਰ ਸੇਵਾ ਭਾਵਨਾ ਨਹੀਂ ਹੈ, ਨਾਮ ਦੀ ਦਾਤ ਨਹੀਂ ਹੈ, ਸੇਵਾ ਸਿਮਰ ਨਹੀਂ ਹੈ। ਇਸ ਲਈ ਭਾਈ ਤੂੰ ਕਹਿੰਦਾ ਜੋ ਕੁਝ ਕਰ ਰਿਹਾ ਮੈਂ ਹੀ ਕਰ ਰਿਹਾ ਹਾਂ। ਕੀਤੇ ਕੋ ਮੇਰਾ ਸਮਾਨੈ, ਕਰਨ ਹਾਰ ਤਿਨ ਜਾਣੈ। ਤੂੰ ਕਰਨ ਵਾਲੇ ਨੂੰ ਕੁਝ ਤਿਲ ਮਾਤਰ ਸਮਝਦਾ ਹੈ, ਕਿਉਂਕਿ ਸਾਰੀ ਸ੍ਰਿਸ਼ਟੀ ਇਸ ਦਰ ਤੇ ਆ ਕੇ ਭਾਈ ਦਿਨ ਰਾਤ ਦਾਤਾ ਮੰਗਦੀ ਹੈ ਤੇ ਸਭ ਕੁਝ ਪ੍ਰਾਪਤ ਕਰਦੀ ਹੈ। ਤੇਰੇ ਅੰਦਰ ਜੋ ਲਾਲਸਾ ਹੈ ਇਹ ਨਹੀਂ ਹੋ ਸਕਦੀ। ਬਹੁਤ ਯਤਨ ਕੀਤੇ, ਬੁਰਾ ਭਲਾ ਵੀ ਬੋਲਿਆ, ਪਰ ਸਾਧ ਸੰਗਤ ਨੇ ਪ੍ਰਵਾਨ ਨਹੀਂ ਕੀਤਾ। ਸਾਰੀ ਹੀ ਸ੍ਰਿਸ਼ਟੀ ਇਸ ਦਰ ਤੋਂ ਮੰਗ ਰਹੀ ਹੈ। ਜਿਹੜੀ ਵੀ ਨਿਮਰਤਾ ਦੇ ਨਾਲ ਆ ਕੇ ਭਾਈ ਸੇਵਾ ਕਰਦੇ ਨੇ, ਉਹਨਾਂ ਨੂੰ ਇਸ ਦਰ ਤੋਂ ਬਹੁਤ ਕੁਝ ਪ੍ਰਾਪਤ ਹੁੰਦਾ ਹੈ,
किन मैं अवर किन्ह मैं अवरा अचरज चलत तुम्हारे रूढ़ो गूढ़ो गैर गंभीरो ऊंचो अगम अपारे। इतने सतगुर समझाते हैं रूढ़ तो भाव सोहना, गुड़ तो भाव सारे संसार विच लुकिया होया, गंभीर तो भाव वड्डे जिगर वाला। सतगुर कहते जिहड़ा बहुत वड्डे जिगर वाला है ये सतगुर दाता ये अपार बेअंत स्वामी तू अपहुंच है, तेरे तक पहुंच किसी की भी नहीं है, तू बेअंत है, सब तो ऊंचा तू है, तू बहुत सोहना है, तू वड्डे ही जिगर वाला है, तू सारे संसार विच गुप्त तौर पे वस रहा है, हर एक अंदर तू आप वस रहा है, तू हर एक दे घट दे अंदर जानन वाला है, घट घट के अंदर की जानत भले बुरे की पीर पहचानत किस दी भावना किस तरह है ये तू आप जानता है, तू सारे के अंदर गुप्त तौर पे वर्त रहा है। साध संग जो तुम्हें मिलायो तो सुनी तुम्हारी बाणी। इतने हम सतगुर बख्शिश करते हैं ये सर्व व्यापक सतगुर ज्यादा जो तू साडे ते कृपा करता है, जीवन ते कृपा करता है, किसी जीवन को साथ संगत में आके मिला देना है। सारे से गुरु की संगत नहीं कर सकते, जिन्हां ते सतगुरु जी आप कृपा करते हैं वही आके भाई गुरु की संगत विच बैठ के गुरबाणी सुनते हैं, क्योंकि संगत विच गुरु का वासा है। जिन्हां ने गुरु की संगत विच आके गुरु की बाणी नूं सुनिया, गुरु की बाणी नूं पढ़िया है, सतगुरु कहंदे तदों ही तेरे सिरत सलाह की जो बाणी सुनता है, सतगुरु कहंदे ओहदे अंदर एक वखरा ही आनंद पैदा हो जाता है। ये आनंद ऐसा है सतगुरु कहते हैं आपां बाहर किते भालण जाइए ते आनंद नहीं मिलेगा। आनंद आनंद सब को कहे, आनंद गुरु दे जाने। हुण आपां किसी नूं हाल चाल पुछदे हां, भाई तेरा की हाल है, ते बंदा कहंदा आनंद विच हां। प्रसादा छक लिया ते बंदा कहंदा आनंद विच हां। असल आनंद सतगुर दी बाणी सुन के जिसने प्राप्त किया है उन्होंने ही भाई आनंद नूं पाया है, क्योंकि सतगुर कहंदे जिन्हां ने गुरबाणी नूं समझिया ये बाणी ऐसी है, जिन्हां ने मन करके पढ़ी, जिन्हां ने मन करके सुनी, उन्हां दे अंदर एक वखरा ही आनंद है। सहज अवस्था है, साडे अंदर सहज अवस्था नहीं है। जिन्हां ने सहज अवस्था नूं पालिया सतगुर कहंदे हन उन्हां दा जीवन सदा ही सुरखरू है, उन्हां दे अंदर ना कोई टेंशन है ना कोई चिंता है। जिन्हां ने बाणी दे राही अपने आप नूं ढालिया, गुरु के अपना जीवन जो लेके लाया है, अमृत छक के गुरु वाले बने हैं, उन्हां दा जीवन ही वखरा है। आनंद पिया पेखत ही नानक प्रताप पुरख निर्वाणी। निर्वाणी तो भाव है वासना तो रहत है। साडे अंदर वासनावां बहुत हैं। बचपन तो जवानी आ गई, जवानी तो बुढ़ेपा आ गया, पर जो वासना है ये साडे अंदर प्रबल है। किसी भी बुजुर्ग को आपां पुछ के देख लिए भी तेनों कोई होर चाहना है, ये संसार ते तू बहुत उम्र ढाल ली है अपनी, सारा जीवन तू बतीत कर रहा, होर कोई तेरे अंदर चाहना है, कोई तृष्णा है, अगों यही आवाज आएगी अजे ते मैं बहुत रस चखने हाँ। सतगुर कहते हैं जिन्हां ने संसारक वासनावां दे अंदर अपना जीवन बतीत किया है उन्हां दा जीवन सदा ही दुखदाई है, और जिन्हां ने अपना जीवन गुरु की संगत करदियां बाणी पढ़दियां बतीत किया है उन्हां दे अंदर एक वखरा ही आनंद पैदा हो जाता है। आनंद पिया पेखत ही नानक प्रताप पुरख निर्वाणी। ये सर्व व्यापक वासना तो रहत प्रभु, हे नानक सर्व व्यापक प्रभु परमात्मा वेख के तदों ही उसके अंदर आत्मिक आनंद होता है जदों वो आके सतगुर के दर्शन करता है। इसलिए पाए जितना चिर आपां गुरु की संगत नहीं करांगे, वड भागी हर संगत पावै, भागहीन भरम चोटां खावै। ਅਸੀਂ ਭਰਮਾਂ ਦੇ ਵਿੱਚ ਪਏ ਹੋਏ ਹਾਂ, ਪਰ ਬੰਦਾ ਕਹਿੰਦਾ ਮੈਂ ਭਰਮ ਵਿੱਚ ਨਹੀਂ ਪਿਆ, ਕਿਉਂਕਿ ਇਹਦੇ ਮਨ ਸਾਡੇ ਸੁੱਤੇ ਹੋਏ ਨੇ, ਤਨ ਸਾਡੇ ਜਾਗੇ ਨੇ। ਜਿਤਨਾ ਚਿਰ ਮਨ ਨਹੀਂ ਜਾਗੇਗਾ ਉਤਨਾ ਚਿਰ ਤਨ ਦਾ ਕੋਈ ਜਾਗਣ ਦਾ ਲਾਭ ਨਹੀਂ ਹੈ। ਇਹ ਤਾਂ ਅਸੀਂ ਦਿਨ ਰਾਤ ਦੌੜ ਰਹੇ ਹਾਂ।
दिन रात परिवार के वास्ते दौड़ रहे हैं, पर अपने वास्ते आप कुछ भी नहीं कर रहे। और जितना चिर असीं अपने वास्ते कुछ नहीं करांगे, उतना चिर साडा संसार ते आया व्यर्थ है। क्योंकि सतगुरु कहते हैं तू संसार पे आया है, आयो सुनन पढ़न को बाणी, पर आपा के कर दिया नाम विसार लगे अन लालच बिरथा जन्म परामे। ਅਸੀਂ ਬਾਣੀ ਸੁਣਨ ਵਾਸਤੇ ਤੇ ਬਾਣੀ ਪੜਨ ਵਾਸਤੇ ਆਏ ਹਾਂ, ਪਰ ਇਸ ਤੋਂ ਅਸੀਂ ਕੋਸਾਂ ਹੀ ਦੂਰ ਹਾਂ। ਸਾਡਾ ਜੀਵਨ ਤੇ ਇਸ ਤਰ੍ਹਾਂ ਬਣਿਆ ਹੋਇਆ ਹੈ ਕਿ ਦੁੱਖ ਲਾਗੇ ਰਾਮ ਪੁਕਾਰਾ, ਇਹ ਦੁੱਖ ਆ ਗਿਆ ਤੇ ਆਪਾਂ ਗੁਰੂ ਕੀ ਸੰਗਤ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਅੱਗੇ ਸੇਵਾ ਵੀ ਕਰਦੇ ਹਾਂ। ਤੇ ਜਦੋਂ ਸੁੱਖ ਹੈ ਤੇ ਆਪਾਂ ਗੁਰੂ ਕੀ ਸੰਗਤ ਤੋਂ ਵੀ ਦੂਰ ਹਾਂ ਤੇ ਬਾਣੀ ਤੋਂ ਵੀ ਦੂਰ ਹਾਂ। ਇਸ ਲਈ ਭਾਈ ਸਾਹਿਬ ਸਮਝਾ ਰਹੇ ਹਨ, ਸਾਧ ਸੰਗ ਜੋ ਤੁਮੇ ਮਿਲਾਇਓ तो सुनी तुम्हारी बाणी, अनंत पया देखते ही नानक प्रताप पुरख निर्वाणी। इसलिए साधु समझाते हैं भाई दिन रात आप गुरु की संगत करके नाम पढ़ने का अभ्यास करके जीवन सफल करना है, ताइयों साडा संसार जया सफल है। साधु कृपा करन ये सानू सोझी आ जाए कि जो बाणी है ये साडे जीवन का आधार है। क्योंकि बाणी गुरु, गुरु है बाणी, विच बाणी अमृत सारे, गुरबाणी कह सेवक जन माने। जो सानू गुरबाणी समझाउंदी है, एक ते सेवक मन लवे, अपना हुक्म नाम चलाए, ते सतगुरु कहंदे ने ओदा जीवन इतना सुधरू हो जाता है, इतना आनंदमय हो जाता है कि ओदा जीवन सदा ही आनंद विच रह के व्यतीत करता है कि गुरु के लेखे विच अपना जीवन ला देता है। इसलिए सतगुरु कहते हैं दिन रात भाई आके गुरबाणी सुनो, समय सिर आके लाहा कटो, ताइयों ये साडा जीवन सफल है। सतगुरु कृपा करन दोनों टाइम गुरु की संगत में आके आपने जुड़ के आदर श्रवण करके इस जीवन को सफला करना है। आज के हुक्मनामे अंदर साहिब श्री गुरु अर्जन देव महाराज सानू समझाना कीता है। सतगुरु जी कृपा करन पढ़िया सुनिया साडा लेखे विच लग जाए, इत्थे बैठा साडा सफल हो जाए। ये तां ही हो सकता है जदों आपां दिन रात गुरु की संगत विच जुड़ के अपना जीवन सफल करांगे। सतगुरु जी कृपा करन गुरबाणी विचार करदे हां, अनेकां ही प्रकार दीयां भुलां गलतियां हो जांदियां ने, संगत बख्शण योग है, बख्श लेना जी। आओ सारे ही मिल के फतेह बुलाओ। वाहिगुरू जी का खालसा, वाहिगुरू जी की फतेह। आओ सारे मिल के ਆਲ ਇੰਡੀਆ ਸਿੱਖ ਫੈਡਰੇਸ਼ਨ ਗੁਰਮਤਿ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ